ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਚੈਨਲ ਉੱਤੇ। ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਮਿਡੀਏਵਲ ਹਿਸਟਰੀ ਆਫ ਇੰਡੀਆ ਦਾ ਜਿਹੜਾ ਹੈ 8 ਨੰਬਰ ਪਾਰਟ ਡਿਸਕਸ ਕਰਾਂਗੇ, ਜਿਸ ਦੇ ਵਿੱਚ TCS ਲੈਵਲ ਦੇ ਆਪਣੇ 3000 MCQ ਦੀ ਸੀਰੀਜ਼ ਚੱਲ ਰਹੀ ਹੈਗੀ ਆ। ਇਸ ਤੋਂ ਪਹਿਲਾਂ 7 ਪਾਰਟ ਆਪਣੇ ਕੰਪਲੀਟ ਹੋ ਚੁੱਕੇ ਆ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ, ਅਤੇ ਇਹਨਾਂ ਸਾਰਿਆਂ ਦੀ PDF ਜਿਹੜੀ ਹੈ ਉਹ ਤੁਸੀਂ ਐਪ ਦੇ ਉੱਪਰ ਜਾ ਕੇ ਡਾਊਨਲੋਡ ਕਰ ਸਕਦੇ ਹੈਗੇ ਹੋ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੇ ਨੋਟੀਫਿਕੇਸ਼ਨ ਪਲੱਸ ਇਸ ਤੋਂ ਇਲਾਵਾ ਹੋਰ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। ਅਤੇ ਇਸ ਤੋਂ ਇਲਾਵਾ ਇਹਨਾਂ ਸਾਰੀਆਂ ਕਲਾਸਾਂ ਦੀ ਥਿਊਰੀ ਪਲੱਸ PDF ਅਤੇ ਟੈਸਟ ਜੁਆਇਨ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਆ ਉਹ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਉੱਥੇ ਤੁਹਾਨੂੰ ਸਾਰਾ ਮਟੀਰੀਅਲ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ ਗਿਆ ਹੈ। ਡੇਲੀ ਲਾਈਵ ਕਲਾਸ ਜਿਹੜੀ ਆਪਣੀ 8 ਵਜੇ ਹੁੰਦੀ ਹੈ, ਜਿਸ ਦੇ ਵਿੱਚ ਜਿਓਗ੍ਰਾਫੀ, ਹਿਸਟਰੀ ਅਤੇ ਪੋਲੀਟੀਕਲ ਸਾਇੰਸ ਦੀ ਆਪਣੀ ਕਲਾਸ ਲਾਈਵ ਰਹਿੰਦੀ ਹੈ। ਬਾਕੀ ਸਾਰੀਆਂ ਕਲਾਸਿਸ ਐਪ ਦੇ ਉੱਪਰ ਜਿਹੜੀਆਂ ਨੇ ਆਫਲਾਈਨ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਤੁਸੀਂ ਜਿਹੜੇ ਕੋਰਸਿਸ ਜਾਂ ਉਹ ਪਰਚੇਜ਼ ਕਰ ਸਕਦੇ ਹੋ। ਅਕਤੂਬਰ ਮਹੀਨੇ ਦੇ ਵਿੱਚ ਤੁਹਾਡੇ ਲਈ ਜਿਹੜਾ 700 ਰੁਪਏ ਦਾ ਜਿਹੜਾ ਹੈ ਡਿਸਕਾਊਂਟ ਚੱਲ ਰਿਹਾ ਹੈ, ਜਿਸ ਦੇ ਵਿੱਚ ਤੁਸੀਂ ਇਸ ਕੂਪਨ ਦਾ ਇਸਤੇਮਾਲ ਕਰਕੇ ਆਪਣੇ ਕੋਰਸ ਜਿਹੜੇ ਆ ਉਹ ਪਰਚੇਜ਼ ਕਰ ਸਕਦੇ ਹੋ, ਜਿਸ ਦੇ ਵਿੱਚ PSTET, ਮਾਸਟਰ ਕੇਡਰ, ਪੋਲੀਟੀਕਲ ਸਾਇੰਸ, ਹਿਸਟਰੀ, ਜਿਓਗ੍ਰਾਫੀ ਦੇ ਜਿਹੜੇ ਸਾਰੇ ਕੋਰਸਿਸ ਬਣੇ ਹੋਏ ਹੈਗੇ ਨੇ। ਅਤੇ ਇੱਕ ਨਵੀਂ ਟੈਸਟ ਸੀਰੀਜ਼ ਜਿਹੜੀ ਆਪਾਂ ਸ਼ੁਰੂ ਕੀਤੀ ਹੈਗੀ ਹੈ, ਜਿਸ ਦੇ ਵਿੱਚ 400 ਪਲੱਸ ਜਿਹੜੇ ਟੈਸਟ ਤੁਹਾਡੇ ਰਹਿਣਗੇ ਹਰ ਇੱਕ ਐਗਜ਼ਾਮ ਦੇ ਲਈ ਸਬਜੈਕਟ ਵਾਈਜ਼, ਜਿਨ੍ਹਾਂ ਦੀ ਕੀਮਤ ਸਿਰਫ 500 ਰੁਪਏ ਹੈ, ਜੋ ਕਿ ਸਿਰਫ 1 ਸਾਲ ਦੇ ਲਈ ਤੁਹਾਡੇ ਕੋਲੇ ਵੈਲਿਡ ਰਹੇਗੀ। ਓਕੇ, ਤਾਂ ਅੱਜ ਦੀ ਕਲਾਸ ਜਿਹੜੀ ਆਪਣੀ ਆਫਲਾਈਨ ਆ, ਸੋ ਕਿਸੇ ਕਾਰਨ ਕਰਕੇ ਆਪਾਂ ਲਾਈਵ ਨਹੀਂ ਲਗਾ ਪਾਵਾਂਗੇ, ਸੋ ਇਸ ਲਈ ਇਸ ਨੂੰ ਮੈਂ ਆਫਲਾਈਨ ਹੀ ਅਪਲੋਡ ਕਰ ਰਿਹਾ ਹਾਂ, ਬਟ ਤੁਹਾਡੇ ਕਮੈਂਟ ਜਿਹੜੇ ਉਹ ਲਾਈਵ ਚੱਲਣਗੇ। ਹਾਂਜੀ, ਤਾਂ ਸ਼ੁਰੂ ਕਰਦੇ ਹਾਂ ਜੀ ਸੈਸ਼ਨ। ਅੱਜ ਦਾ ਆਪਣਾ 141 ਨੰਬਰ ਕੁਐਸਚਨ ਹੈ ਜੀ। ਹੇਠ ਦਿੱਤੇ ਥੰਮਾਂ ਦੇ ਵਿੱਚੋਂ ਕਿਹੜਾ ਚਟਾਨ ਕੱਟੇ ਹੋਏ ਥੰਮਾਂ ਨੂੰ ਦਰਸਾਉਂਦਾ ਹੈਗਾ, ਯਾਨੀ ਕਿ ਰੌਕ ਕੱਟ ਪਿਲਰ ਜੈਨਾਂ ਦੇ ਵਿੱਚੋਂ ਅੰਚਮੇਨੀਅਨ ਥੰਮ, ਗੋਥਿਕ ਥੰਮ, ਮੌਰੀਆ ਥੰਮ ਜਾਂ ਫਾਰਸੀ ਥੰਮ। ਇਹਨਾਂ ਚਟਾਨਾਂ ਦੇ ਵਿੱਚੋਂ ਕੱਟੇ ਹੋਏ ਥੰਮ ਦਾ ਮਤਲਬ ਕਿ ਕੱਟ ਕੇ ਉਹਨਾਂ ਨੂੰ ਸ਼ੇਪ ਦਿੱਤੀ ਗਈ ਹੈਗੀ। ਸੋ ਇਹਨਾਂ ਦੇ ਵਿੱਚੋਂ ਉਹ ਕਿਹੜਾ ਥੰਮ ਹੈ ਜਾਂ ਪਿਲਰ ਹੈ, ਸੋ ਉਹ ਹੈ ਜੀ ਮੌਰੀਆ ਥੰਮ। ਮੌਰੀਆ ਥੰਮ ਨੂੰ ਜਿਹੜਾ ਹੈ ਕੱਟ ਪਿਲਰ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਜਾਂਦਾ ਹੈ, ਕਿਉਂਕਿ ਇਹ ਵੀ ਕੱਟ ਕੇ ਬਣਾਇਆ ਗਿਆ ਹੈ ਇੱਕ ਪਿਲਰਸ ਹੈ। ਠੀਕ ਹੈ, ਸੋ ਇਸ ਕਰਕੇ ਮੌਰੀਆ ਥੰਮ ਵਾਲੇ ਨੂੰ ਆਪਾਂ ਇਸ ਕੈਟਾਗਰੀ ਦੇ ਵਿੱਚ ਸ਼ਾਮਲ ਕਰਾਂਗੇ। ਬਾਕੀ ਜਿਹੜੇ ਹੈਗੇ ਨੇਗੇ ਉਹ ਕੱਟੇ ਹੋਏ ਪਿਲਰਸ ਦੇ ਵਿੱਚ ਸ਼ਾਮਲ ਨਹੀਂ ਆਉਂਦੇ ਹੈਗੇ। ਨੈਕਸਟ ਹੈ ਸੈਕੰਡ ਨੰਬਰ ਕੁਐਸਚਨ। ਅਜੰਤਾ ਤੇ ਅਲੋਰਾ ਦੀਆਂ ਗੁਫਾਵਾਂ ਭਾਰਤ ਦੇ ਹੇਠ ਲਿਖੇ ਰਾਜਾਂ ਦੇ ਵਿੱਚੋਂ ਕਿਸ ਦੇ ਵਿੱਚ ਸਥਿਤ ਨੇ? ਗੋਆ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਬਿਹਾਰ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ। ਅਜੰਤਾ ਤੇ ਅਲੋਰਾ ਇਹਨਾਂ ਨੂੰ ਕੱਲੇ ਹੀ ਪੁੱਛ ਲੈਂਦੇ ਹੁੰਦੇ ਆ ਤੇ ਦੋਨਾਂ ਨੂੰ ਇਕੱਠੇ ਵੀ ਪੁੱਛ ਲੈਂਦੇ ਹੁੰਦੇ ਆ, ਸੋ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਅਜੰਤਾ ਐਂਡ ਅਲੋਰਾ ਕੇਵਸ। ਸੋ ਇਹ ਸਥਿਤ ਹੈਗੀਆਂ ਨੇ ਜੀ ਮਹਾਰਾਸ਼ਟਰ ਰਾਜ ਦੇ ਵਿੱਚ। ਠੀਕ ਹੈ, ਸੋ ਮਹਾਰਾਸ਼ਟਰ ਦੇ ਵਿੱਚ ਸਥਿਤ ਹੈਗੀਆਂ ਅਜੰਤਾ ਤੇ ਅਲੋਰਾ ਦੀਆਂ ਗੁਫਾਵਾਂ, ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੀਆਂ ਨੇ ਐਜ ਏ ਕੁਐਸਚਨ ਦੇ ਰੂਪ ਦੇ ਵਿੱਚ, ਕਿਉਂਕਿ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਇਹ ਆਉਂਦਾ ਹੀ ਆਉਂਦਾ ਹੈ। ਅਜੰਤਾ ਤੇ ਅਲੋਰਾ ਦੀਆਂ ਗੁਫਾਵਾਂ ਔਰੰਗਾਬਾਦ ਦੇ ਵਿੱਚ ਆ। ਸਪੈਸ਼ਲ ਤੁਹਾਨੂੰ ਕਈ ਵਾਰ ਇੱਦਾਂ ਕੁਐਸਚਨ ਦੇ ਵਿੱਚ ਆਪਸ਼ਨ ਵੀ ਆ ਸਕਦੀ ਹੈ ਕਿ ਔਰੰਗਾਬਾਦ, ਤਾਂ ਔਰੰਗਾਬਾਦ ਚੂਜ਼ ਕਰਨਾ ਹੈ, ਜੋ ਕਿ ਮਹਾਰਾਸ਼ਟਰ ਦੇ ਵਿੱਚ ਸਥਿਤ ਹੈ। ਇਸ ਨੂੰ 2 ਸਦੀ ਈਸਵੀ ਪੂਰਵ ਤੋਂ ਲੈ ਕੇ 480 ਈਸਵੀ ਤੱਕ ਦੀਆਂ ਜਿਹੜੀਆਂ ਨੇ 29 ਪੱਥਰ ਦੀਆਂ ਕੱਟੀਆਂ ਹੋਈਆਂ ਜਿਹੜੀਆਂ ਬੋਧੀ ਗੁਫਾਵਾਂ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ, ਜੋ ਕਿ ਸਭ ਤੋਂ ਕਹਿ ਸਕਦੇ ਹਾਂ ਬੈਸਟ ਕੁਆਲਿਟੀ ਦੀ ਜਿਹੜੀ ਕ੍ਰੀਏਟੀਵਿਟੀ ਕਹਿ ਸਕਦੇ ਹਾਂ ਉਸ ਸਮੇਂ ਦੀ ਪ੍ਰਾਚੀਨ ਸਮੇਂ ਦੇ ਵਿੱਚੋਂ ਲੈ ਕੇ। ਠੀਕ ਹੈ, ਇਹ ਯੂਨੈਸਕੋ ਦੀ ਵਿਸ਼ਵ ਵਿਰਾਸਤ ਦੇ ਵਿੱਚ ਸਾਲ 1983 ਦੇ ਵਿੱਚ ਇਸ ਨੂੰ ਸ਼ਾਮਲ ਕਰ ਲਿਆ ਗਿਆ ਸੀ, ਜੋ ਕਿ ਅਜੰਤਾ ਤੇ ਅਲੋਰਾ ਦੀਆਂ ਗੁਫਾਵਾਂ ਨੇ। ਇਹ ਸਾਰੀਆਂ ਮਤਲਬ ਕਿ ਚਟਾਨਾਂ ਨੂੰ ਕੱਟ ਕੇ ਬਣਾਇਆ ਗਿਆ ਹੈਗਾ। ਸਾਰੀਆਂ ਪਿਕਚਰਸ ਵੀ ਮੈਂ ਐਡ ਕੀਤੀਆਂ ਨੇ, ਮਤਲਬ ਕਿ ਚਟਾਨਾਂ ਸੀ ਉਹਨਾਂ ਨੂੰ ਕੱਟ ਕੇ ਇਹਨਾਂ ਨੇ ਸ਼ੇਪ ਦਿੱਤੀ ਹੈਗੀ। ਕਮਾਲ ਦਾ ਜਿਹੜਾ ਆਰਟ ਹੈ ਮਤਲਬ ਆਪਣੇ ਭਾਰਤ ਦੇ ਵਿੱਚ ਹੈ, ਜੋ ਕਿ ਅਜੰਤਾ ਤੇ ਅਲੋਰਾ ਦੀਆਂ ਗੁਫਾਵਾਂ ਦੇ ਵਿੱਚ ਔਰੰਗਾਬਾਦ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਹੈ। ਨੈਕਸਟ 143 ਨੰਬਰ। 12ਵੀਂ ਸਦੀ ਦੇ ਕਰਨਾਟਕ ਦੇ ਵਿੱਚ ਵੀਰ ਸਾਹਿਬ ਦੇ ਪੈਰੋਕਾਰ ਸਨ ਸੀਗੇ ਬੰਸਾਬਨਾ, ਅੰਡਾਲ, ਰਾਮਾਨੁਜ ਜਾਂ ਕਰਾਈਕਲ ਅਮਈਰ। ਸੋ 12ਵੀਂ ਸਦੀ ਦੇ ਵਿੱਚ ਇੱਕ ਵੀਰ ਸਾਹਿਬ ਰਿਹਾ ਹੈਗਾ, ਜੋ ਕਿ ਵੀਰ ਸਾਹਿਬ ਦੇ ਪੈਰੋਕਾਰ ਦੇ ਨਾਮ ਨਾਲ ਜਾਣਿਆ ਜਾਂਦਾ। ਇਹਨਾਂ ਦੇ ਵਿੱਚੋਂ ਸੋ ਕਿਹੜਾ ਵਿਅਕਤੀ ਹੈ? ਸੋ ਉਹਦਾ ਨਾਮ ਹੈ ਜੀ ਵੰਸਮਨਾ ਜਿਹੜਾ ਹੈ ਇਹ ਕਰਨਾਟਕ ਦੇ ਵਿੱਚ 12ਵੀਂ ਸਦੀ ਦੇ ਵਿੱਚ ਵੀਰ ਸਾਹਿਬ ਦੇ ਪੈਰੋਕਾਰ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਹੈਗੇ ਨੇਗੇ। ਵੰਸਮਨਾ ਦੇ ਨਾਲ ਸੰਬੰਧਿਤ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ ਵਾਸਵਾ ਵੀ ਕਹਿ ਦਿੱਤਾ ਜਾਂਦਾ ਹੈ। ਠੀਕ ਹੈ, ਵਾਸਵਾ ਵੀ ਕਿਹਾ ਦਿੱਤਾ ਜਾਂਦਾ ਹੈ ਅਤੇ ਵਿਸ਼ਵਰ ਵੀ ਕਹਿ ਦਿੱਤਾ ਜਾਂਦਾ ਹੈ, ਅਤੇ ਵਾਸਵਾਨਾ ਵੀ। ਇਹ ਸਾਰੇ ਨਾਮ ਇੱਕੋ ਦੇ ਹੈਗੇ ਨੇ। ਅਤੇ 12ਵੀਂ ਸਦੀ ਦੇ ਦਰਮਿਆਨ ਇਹ ਭਾਰਤ ਦੇ ਵਿੱਚ ਇੱਕ ਭਾਰਤੀ ਰਾਜਨੀਤਾ ਦੇ ਰੂਪ ਦੇ ਵਿੱਚ, ਦਾਰਸ਼ਨਿਕ ਦੇ ਰੂਪ ਦੇ ਵਿੱਚ, ਕਵੀ ਦੇ ਰੂਪ ਦੇ ਵਿੱਚ ਅਤੇ ਸ਼ਿਵ ਕੇਂਦਰਿਤ ਭਗਤੀ ਅੰਦੋਲਨਾਂ ਦੇ ਵਿੱਚ ਵੀ ਇਸ ਦਾ ਯੋਗਦਾਨ ਰਿਹਾ ਹੈਗਾ। ਇਹ ਲਿੰਗਾਇਤ ਸਮਾਜ ਸੁਧਾਰਕ ਅਤੇ ਕਲਿਆਣੀ ਚਾਲੁਕੇ ਅਤੇ ਕਾਲਾਚੁਰੀ ਰਾਜਵੰਸ਼ ਦੇ ਦੌਰਾਨ ਜਿਹੜਾ ਹੈ ਇੱਕ ਹਿੰਦੂ ਸ਼ੈਵ ਸਮਾਜ ਸੁਧਾਰਕ ਰਿਹਾ ਹੈਗਾ, ਜਿਸ ਦਾ ਨਾਮ ਸੀਗਾ ਜੀ ਵਾਸਵਾ। ਓਕੇ, ਵਾਸਵਾਨਾ ਵੀ ਕਹਿ ਦਿੰਦੇ ਆ ਅਤੇ ਵਾਸਵਾ ਵੀ ਇਸਨੂੰ ਕਹਿ ਦਿੱਤਾ ਜਾਂਦਾ ਹੈ।
ਵਾਂਸਵਾ ਜਿਹੜਾ ਹੈ ਇਹ ਦੋਨਾਂ ਹੀ ਵੰਸ਼ਾਂ ਦੇ ਵਿੱਚ ਜਿਹੜਾ ਮਤਲਬ ਮਸ਼ਹੂਰ ਰਿਹਾ ਹੈ, ਪਰ ਕਰਨਾਟਕ ਦੇ ਵਿੱਚ ਸਪੈਸ਼ਲੀ ਭਾਰਤ ਦੇ ਵਿੱਚ ਜਿਹੜਾ ਰਾਜਾ ਸੀਗਾ ਉਸ ਸਮੇਂ ਦੇ ਵਿੱਚ, ਠੀਕ ਹੈ, ਜਿਸ ਦਾ ਨਾਮ ਸੀਗਾ ਜੀ ਰਾਜਾ ਬਿਜਲਾ ਦੂਜੇ, ਉਸ ਦੇ ਸਮੇਂ ਦੇ ਵਿੱਚ ਇਹ ਆਪਣੇ ਸਿਖਰ ਦੇ ਉੱਪਰ ਸੀਗਾ, ਯਾਨੀ ਕਿ ਉਸ ਸਮੇਂ ਦੀ ਬਹੁਤ ਜ਼ਿਆਦਾ ਪ੍ਰਸਿੱਧੀ ਸੀਗੀ ਜਦੋਂ ਭਾਰਤ ਦੇ ਕਰਨਾਟਕ ਰਾਜ ਦੇ ਵਿੱਚ ਰਾਜਾ ਬਿਜਲੇ ਦੂਜੇ ਦਾ ਸ਼ਾਸਨ ਚੱਲ ਰਿਹਾ ਸੀਗਾ। ਓਕੇ, ਇਹ ਹਿੰਦੂ ਸਮਾਜ ਦੇ ਵਿਰੁੱਧ ਇੱਕ ਬਗਾਵਤ ਕਰਨ ਵਾਲਾ ਜਿਹੜਾ ਕਹਿ ਸਕਦੇ ਹਾਂ ਵਿਅਕਤੀ ਰਿਹਾ ਹੈ, ਜਿਸ ਨੇ ਬਹੁਤ ਸਾਰੇ ਰੀਤੀ ਰਿਵਾਜਾਂ ਨੂੰ ਸੁਧਾਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈ। ਇਹਦੇ ਦੁਆਰਾ ਇੱਕ ਨਵਾਂ ਧਰਮ ਸਥਾਪਿਤ ਕੀਤਾ ਗਿਆ ਸੀ ਜਿਸ ਦਾ ਨਾਮ ਸੀਗਾ ਜੀ ਵੀਰ ਸਹਿਬਾਦ। ਵੀਰ ਸਹਿਬਾਦ ਇਸ ਦੇ ਦੁਆਰਾ ਸਥਾਪਿਤ ਕੀਤਾ ਗਿਆ ਇੱਕ ਧਰਮ ਸੀਗਾ। ਨੈਕਸਟ ਹੈ ਜੀ 144 ਨੰਬਰ, 8ਵੀਂ ਸਦੀ ਦੇ ਵਿੱਚ ਸੁਤੰਤਰਤਾ ਸੈਨਾਨੀਆਂ ਵੀਰ ਪਾਂਡਿਆ ਕਟਾ ਬੋਮਨ ਕਿਸ ਮੌਜੂਦਾ ਰਾਜ ਦੇ ਸਨ, ਯਾਨੀ ਕਿ ਵਰਤਮਾਨ ਸਮੇਂ ਕਿਹੜੇ ਰਾਜ ਦੇ ਵਿੱਚ ਪੈਂਦੇ ਸੀਗੇ। ਸੋ ਕੇਰਲਾ ਦੇ ਵਿੱਚ ਆ ਜੀ, ਤਾਮਿਲਨਾਡੂ ਦੇ ਵਿੱਚ ਆ, ਤੇਲੰਗਾਨਾ ਦੇ ਵਿੱਚ ਆ ਜਾਂ ਕਰਨਾਟਕ ਦੇ ਵਿੱਚ ਆ। 18ਵੀਂ ਸਦੀ ਦੇ ਸੁਤੰਤਰਤਾ ਸੈਨਾਨੀ ਹੈ ਜੀ ਜਿਸ ਦਾ ਨਾਮ ਹੈ ਵੀਰ ਪਾਂਡਿਆ ਕਟਾ ਬੋਮਨ, ਠੀਕ ਹੈ। ਸੋ ਇਹ ਕਿਹੜੇ ਰਾਜ ਦੇ ਵਿੱਚ ਹੈ, ਵਰਤਮਾਨ ਸਮੇਂ ਜਿੱਥੋਂ ਦੇ ਇਹ ਸੀਗੇ ਜੀ। ਸੋ ਵਰਤਮਾਨ ਸਮੇਂ ਇਹ ਤਾਮਿਲਨਾਡੂ ਰਾਜ ਦੇ ਵਿੱਚ ਸਥਿਤ ਹੈ, ਜਿਨ੍ਹਾਂ ਦਾ ਕਿ ਸੁਤੰਤਰਤਾ ਸੈਨਾਨੀਆਂ ਦੇ ਰੂਪ ਦੇ ਵਿੱਚ ਇੱਕ ਅਹਿਮ ਰੋਲ ਅਦਾ ਰਿਹਾ ਹੈਗਾ। ਵੀਰ ਪਾਂਡਿਆ ਕਟਾ ਬੋਮਨ ਜਿਹੜਾ ਹੈ ਇਹਨਾਂ ਦਾ ਜਨਮ 3 ਜਨਵਰੀ 1760 ਨੂੰ ਹੋਇਆ ਸੀਗਾ ਥੂਥੁਕੁਡੀ, ਜੋ ਕਿ ਤਾਮਿਲਨਾਡੂ ਦੇ ਵਿੱਚ ਸਥਿਤ ਹੈ। ਸੋ ਉੱਥੇ ਇਹਨਾਂ ਦਾ ਜਨਮ ਹੋਇਆ ਸੀਗਾ ਤੇ ਭਾਰਤ ਦੇ ਪੰਜਾਲਾਕੁਰਚੀ ਦਾ ਇਹ ਰਾਜਾ ਸੀਗਾ। ਓਕੇ, ਉਸ ਸਮੇਂ ਦਾ ਇਹ ਉੱਥੋਂ ਦਾ ਰਾਜਾ ਸੀਗਾ ਜੀ, ਭਾਰਤ ਦੇ ਵਿੱਚ ਸੀਗਾ, ਅਤੇ ਇਸ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਨਾਲ ਲੜੀ ਸੀਗੀ ਅਤੇ ਉਸ ਨੂੰ ਪੌਂਡੂਕੋਟਾਈ ਰਾਜ ਦੇ ਸ਼ਾਸਕ ਵਿਜੇ ਰਘੂਨਾਥ ਟੰਡਾ ਇਮਾਨ ਦੀ ਮਦਦ ਦੇ ਨਾਲ ਅੰਗਰੇਜ਼ਾਂ ਨੇ ਫੜ ਲਿੱਤਾ ਸੀਗਾ। ਸੋ ਇਹ ਰਘੂਨਾਥ ਸੀਗਾ ਜੀ, ਇਸ ਸ਼ਾਸਕ ਦੇ ਵਜੂਦ ਜਾਂ ਸ਼ਾਸਕ ਦੀ ਸਹਾਇਤਾ ਦੇ ਨਾਲ ਅੰਗਰੇਜ਼ਾਂ ਨੇ ਇਸ ਨੂੰ ਫੜ ਲਿੱਤਾ ਸੀਗਾ ਤੇ ਬਾਅਦ ਦੇ ਵਿੱਚ 16 ਅਕਤੂਬਰ 1799 ਨੂੰ ਕਥਾਯਾਰ ਵਿਖੇ ਜਿਹੜਾ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਫਾਂਸੀ ਜਿਹੜੀ ਆ ਉਹ ਦੇ ਦਿੱਤੀ ਸੀਗੀ। ਇਹ ਤਾਮਿਲਨਾਡੂ ਤੇ ਸੀਗੇ, ਪੰਜਾਲਾਕੁਰਚੀ ਜਿਹੜਾ ਜ਼ਿਲ੍ਹਾ ਹੈ ਖੇਤਰ ਹੈ, ਸੋ ਉੱਥੋਂ ਦਾ ਇਹ ਰਾਜਾ ਰਿਹਾ ਸੀਗਾ। ਓਕੇ, ਨੈਕਸਟ ਹੈ ਜੀ 145 ਨੰਬਰ, ਹੇਠ ਦੇ ਸਮਾਰਕ ਸਥਾਨਾਂ ਦੇ ਵਿੱਚੋਂ ਕਿਹੜਾ ਜੋੜਾ ਸਹੀ ਹੈ। ਅਲਾਈ ਦਰਵਾਜ਼ਾ ਤੰਜਾਵਰ ਦੇ ਵਿੱਚ ਹੈ, ਤਾਜ ਮਹਿਲ ਮੇਰਠ ਦੇ ਵਿੱਚ ਹੈ, ਗੋਲਕੁੰਡਾ ਕਿਲਾ ਹੈਦਰਾਬਾਦ ਦੇ ਵਿੱਚ ਆ ਜਾਂ ਲਾਲ ਕਿਲਾ ਜੈਪੁਰ ਦੇ ਵਿੱਚ ਆ। ਸਹੀ ਦੱਸਣਾ ਆਪਾਂ ਇਹਨਾਂ ਦੇ ਵਿੱਚੋਂ। ਸੋ ਸਹੀ ਇਹਨਾਂ ਦੇ ਵਿੱਚੋਂ ਹੈ ਜੀ ਗੋਲਕੁੰਡਾ ਕਿਲਾ। ਸੋ ਗੋਲਕੁੰਡਾ ਕਿਲਾ ਜਿਹੜਾ ਹੈ ਹੈਦਰਾਬਾਦ ਦੇ ਵਿੱਚ ਆ, ਬਿਲਕੁਲ ਸਹੀ ਹੈ, ਬਟ ਅਲਾਈ ਦਰਵਾਜ਼ਾ, ਤਾਜ ਮਹਿਲ ਤੇ ਲਾਲ ਕਿਲੇ ਵਾਲੀ ਆਪਸ਼ਨ ਜਿਹੜੀ ਆ ਉਹ ਗਲਤ ਹੈਗੇ ਨਹੀਂ। ਗੋਲਕੁੰਡਾ ਕਿਲਾ ਜਿਹੜਾ ਹੈਗਾ ਇਸ ਨੂੰ ਗੋਲਕੌੜਾ ਵੀ ਕਹਿ ਦਿੱਤਾ ਜਾਂਦਾ ਹੈ। ਇਹ ਕਿਲਾ ਕੁਤਬ ਸ਼ਾਹੀ ਰਾਜਵੰਸ਼ ਦੀ ਇੱਕ ਮਸ਼ਹੂਰ ਰਾਜਧਾਨੀ ਰਹੀ ਆ ਉਸ ਸਮੇਂ ਦੇ ਵਿੱਚ, ਜੋ ਕਿ ਹੈਦਰਾਬਾਦ ਦੇ ਵਿੱਚ ਪੈ ਜਾਂਦੀ ਹੈ, ਵਰਤਮਾਨ ਸਮੇਂ ਤੇਲੰਗਾਨਾ ਰਾਜ ਦੇ ਵਿੱਚ। ਓਕੇ, ਜਿਸ ਦਾ ਨਿਰਮਾਣ 11ਵੀਂ ਸਦੀ ਦੇ ਵਿੱਚ ਕੀਤਾ ਗਿਆ ਸੀਗਾ। ਕਾਕਤੀਆ ਸ਼ਾਸਕ ਜਿਸ ਦਾ ਨਾਮ ਸੀਗਾ ਜੀ ਰਾਜਾ ਪ੍ਰਤਾਪ ਰੁਦਰ ਨੇ ਜਿਹੜਾ ਹੈ ਇਸ ਗੋਲਕੁੰਡਾ ਕਿਲੇ ਨੂੰ ਨਿਰਮਾਣਿਤ ਕੀਤਾ ਸੀਗਾ। 11ਵੀਂ ਸਦੀ ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀਗਾ। ਅਲਾਈ ਦਰਵਾਜ਼ਾ ਜਿਹੜਾ ਹੈ ਇਹ ਦਿੱਲੀ ਦੇ ਵਿੱਚ ਸਥਿਤ ਹੈ, ਤਾਜ ਮਹਿਲ ਆਗਰਾ ਦੇ ਵਿੱਚ ਸਥਿਤ ਹੈ ਤੇ ਲਾਲ ਕਿਲਾ ਜਿਹੜਾ ਉਹ ਦਿੱਲੀ ਦੇ ਵਿੱਚ ਸਥਿਤ ਹੈ, ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਠੀਕ ਹੈ। ਨੈਕਸਟ ਹੈ ਜੀ ਅਗਲਾ ਸਵਾਲ 146, ਅਮਕੁਤ ਮਾਲਿਆਦਾ ਇਹ ਕਿਸ ਨੇ ਲਿਖੀ ਹੈਗੀ ਹੈ ਜੀ। ਕ੍ਰਿਸ਼ਨ ਦੇਵ ਰਾਏ ਦੇ ਦੁਆਰਾ, ਬ੍ਰਹਮ ਦੇਵ ਰਾਏ ਦੇ ਦੁਆਰਾ, ਬੁੱਕਾ ਰਾਏ ਦੇ ਦੁਆਰਾ ਜਾਂ ਹਰੀਹਰ ਰਾਏ ਦੇ ਦੁਆਰਾ। ਸੋ ਅਮੁਕਤ ਮਾਲਿਆਦਾ, ਠੀਕ ਹੈ, ਅਮੁਕਤ ਮਾਲਿਆਦਾ ਜਿਹੜੀ ਇੱਕ ਪੁਸਤਕ ਹੈ ਜਿਸ ਨੂੰ ਕਿ ਕ੍ਰਿਸ਼ਨ ਦੇਵ ਰਾਏ ਦੇ ਦੁਆਰਾ ਲਿਖਿਆ ਗਿਆ ਹੈਗਾ। ਇਹ ਇੱਕ ਤੇਲਗੂ ਮਹਾਕਾਵਿ ਹੈ, ਮਹਾਕਾਵਿ ਦੇ ਰੂਪ ਦੇ ਵਿੱਚ ਹੈ, ਜੋ ਕਿ ਤੇਲਗੂ ਮਹਾਕਾਵਿ ਦੇ ਰੂਪ ਦੇ ਵਿੱਚ ਹੁੰਦਾ ਹੈ, ਜਿਸ ਦੇ ਰਚਨਕਾਰ ਰਹੇਗੇ ਜੀ ਕ੍ਰਿਸ਼ਨ ਦੇਵ ਰਾਏ, ਜੋ ਕਿ ਵਿਜੇਨਗਰ ਰਾਜਵੰਸ਼ ਦੇ ਦੌਰਾਨ ਸੀਗੇ। ਉਹਨਾਂ ਨੇ ਜਿਹੜਾ ਹੈ ਇਸ ਨੂੰ ਲਿਖਿਆ ਸੀਗਾ। ਅਮੁਕਤ ਮਾਲਿਆਦਾ ਦਾ ਜਿਹੜਾ ਨਾਮ ਹੈ ਜੀ ਉਹਦਾ ਅਰਥ ਹੈ ਜੀ ਉਹ ਜਿਸ ਨੇ ਖੁਦ ਪਹਿਨਣ ਤੋਂ ਬਾਅਦ ਮਾਲਾ ਚੜਾਈ ਹੋਵੇ, ਠੀਕ ਹੈ, ਜਿਸ ਨੇ ਖੁਦ ਪਹਿਨਣ ਤੋਂ ਬਾਅਦ ਮਾਲਾ ਚੜਾਈ ਹੋਵੇ। ਸੋ ਇਹਦਾ ਮੀਨਿੰਗ ਇਹ ਬਣਦਾ ਹੈ ਉਸ ਖੇਤਰ ਦੇ ਵਿੱਚ ਤੇਲਗੂ ਭਾਸ਼ਾ ਦੇ ਵਿੱਚ। ਓਕੇ, ਇਸ ਦੇ ਵਿੱਚ ਕੀ ਦੱਸਿਆ ਗਿਆ ਹੈ ਕਿ ਵਿਸ਼ਨੂੰ ਦੇ ਅਵਤਾਰ, ਹਿੰਦੂ ਦੇਵਤਾ ਰੰਗਾਨਾਇਕ ਅਤੇ ਅਲਬਰ ਨਾਮਕ ਕਵੀ ਸੰਤਾਂ ਦੇ ਵਿੱਚ ਇੱਕ ਅੰਦਲ ਦੇ ਸ਼੍ਰੀ ਰੰਗਮ ਵਿਖੇ ਹੋਏ ਪ੍ਰਸਿੱਧ ਵਿਆਹ ਦਾ ਵਰਣਨ ਕੀਤਾ ਗਿਆ ਹੈ। ਇਸ ਦੇ ਵਿੱਚ ਖਾਸ ਤੌਰ ਦੇ ਉੱਪਰ ਇਹ ਵਿਆਹ ਦਾ ਜ਼ਿਕਰ ਕੀਤਾ ਗਿਆ ਹੈਗਾ ਜੋ ਕਿ ਤੇਲਗੂ ਮਹਾਕਾਵਿ ਦੇ ਰੂਪ ਦੇ ਵਿੱਚ ਹੈ। ਸ਼੍ਰੀ ਕ੍ਰਿਸ਼ਨ ਦੇਵ ਰਾਏ ਜਿਹੜੇ ਇਸ ਦੇ ਲੇਖਕ ਰਹੇ ਹੈ ਕਿ ਨਹੀਂ। ਨੈਕਸਟ 147 ਨੰਬਰ, ਲਗਭਗ 600 ਸਾਲਾਂ ਤੱਕ ਗੁੰਮਨਾਮ ਰਹਿਣ ਤੋਂ ਬਾਅਦ ਸਾਂਚੀ ਦੀ ਖੋਜ ਕਿਸ ਸਾਲ ਕੀਤੀ ਗਈ। 600 ਸਾਲਾਂ ਤੱਕ ਕਿਸ ਨੂੰ ਪਤਾ ਹੀ ਨਹੀਂ ਲੱਗਿਆ, ਬਾਅਦ ਦੇ ਵਿੱਚ 600 ਸਾਲਾਂ ਬਾਅਦ ਖੋਜਿਆ ਗਿਆ। ਕਿਹੜੇ ਸਾਲ ਦੇ ਵਿੱਚ? 1818 ਦੇ ਵਿੱਚ, 1816 ਦੇ ਵਿੱਚ,
1820 ਦੇ ਵਿੱਚ ਜਾਂ 1814 ਦੇ ਵਿੱਚ। ਸੋ ਇਸ ਨੂੰ ਖੋਜਿਆ ਗਿਆ ਜੀ ਸਾਲ 1818 ਦੇ ਵਿੱਚ। 600 ਸਾਲਾਂ ਤੱਕ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਂਚੀ ਦੇ ਵਿੱਚ ਕੋਈ ਸਤੂਪ ਹੈ ਤੇ ਉਸ ਦੀ ਮਤਲਬ ਕੋਈ ਇਤਿਹਾਸਕ ਵਿਸ਼ੇਸ਼ਤਾ ਰਹੀ ਹੈ, ਬਟ 1818 ਦੇ ਵਿੱਚ ਆ ਕੇ ਇਸ ਵਿਅਕਤੀ ਜਿਹੜਾ ਇਸ ਨੂੰ ਆ ਕੇ ਖੋਜਦਾ ਹੈ 1818 ਦੇ ਵਿੱਚ। ਖੋਜਣ ਵਾਲੇ ਵਿਅਕਤੀ ਦਾ ਨਾਮ ਸੀਗਾ ਜੀ ਜਨਰਲ ਟੇਲਰ। ਅੰਗਰੇਜ਼ ਹੀ ਰਹੇ ਆ, ਇਹਨਾਂ ਨੇ ਖੋਜੇ ਹੈ, ਆਪਣੇ ਵੱਲ ਦਾ ਤੁਹਾਨੂੰ ਪਤਾ ਹੀ ਹੈ। ਇਹਨਾਂ ਨੇ ਖੋਜ ਕੇ ਜਿਹੜਾ ਹੈ ਮਤਲਬ ਇਸ ਨੂੰ ਇੱਕ ਇਤਿਹਾਸਕ ਸਥਾਨ ਜਿਹੜਾ ਉਹ ਘੋਸ਼ਿਤ ਕੀਤਾ ਤੇ ਇਹ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਵਰਤਮਾਨ ਸਮੇਂ। ਇਹ ਸਾਂਚੀ ਦਾ ਜਿਹੜਾ ਸਤੂਪ ਹੈਗਾ ਗਾ ਇਹ ਇੱਕ ਬੌਧੀ ਕੰਪਲੈਕਸ ਹੈਗਾ ਗਾ, ਜਿਸ ਨੂੰ ਕਿ 3 ਸਦੀ ਈਸਵੀ ਪੂਰਵ ਦੇ ਵਿੱਚ ਸਮਰਾਟ ਅਸ਼ੋਕ ਦੇ ਦੁਆਰਾ ਬਣਾਇਆ ਗਿਆ ਸੀਗਾ। ਸਮਰਾਟ ਅਸ਼ੋਕ ਦੇ ਦੁਆਰਾ ਬਣਾਇਆ ਗਿਆ ਸੀ, ਮੱਧ ਪ੍ਰਦੇਸ਼ ਦੇ ਵਿੱਚ ਹੈ। ਜਨਰਲ ਟੇਲਰ ਨੇ ਸਾਲ 1818 ਦੇ ਵਿੱਚ ਇਸ ਨੂੰ ਖੋਜਿਆ ਸੀਗਾ। ਬੌਧੀ ਕੰਪਲੈਕਸ ਹੈ, ਇਹ ਵੀ ਯਾਦ ਰੱਖਣਾ ਹੈ, ਬੁੱਧ ਧਰਮ ਦੇ ਨਾਲ ਸੰਬੰਧਿਤ ਹੈ। ਨੈਕਸਟ ਹੈ 148 ਡੈਸ਼ ਦਾ ਗੋਲ ਗੁੰਬਦ, ਜਿਹਨੂੰ ਕਿ ਗੁੰਬਦ ਕਿਹਾ ਜਾਂਦਾ ਹੈ, ਮੁਹੰਮਦ ਆਦਲ ਸ਼ਾਹ ਦਾ ਮਕਬਰਾ ਹੈ। ਇਹ ਕਿੱਥੇ ਹੈ? ਇਲਾਹਾਬਾਦ ਦੇ ਵਿੱਚ ਹੈ, ਆਗਰਾ ਦੇ ਵਿੱਚ ਹੈ, ਬੀਜਾਪੁਰ ਦੇ ਵਿੱਚ ਹੈ ਜਾਂ ਦਿੱਲੀ ਦੇ ਵਿੱਚ ਹੈ। ਡੈਸ਼ ਦਾ ਗੋਲ ਗੁੰਬਦ ਜਿਹੜਾ ਹੈ ਇਹ ਮੁਹੰਮਦ ਆਦਲ ਸ਼ਾਹ ਦਾ ਮਕਬਰਾ ਹੈ ਜੀ। ਸੋ ਇਹ ਸਥਿਤ ਹੈ ਬੀਜਾਪੁਰ ਦੇ ਵਿੱਚ, ਯਾਨੀ ਕਿ ਬੀਜਾਪੁਰ ਦਾ ਗੋਲ ਗੁੰਬਦ ਜਿਹੜਾ ਹੈ ਉਹ ਸੰਬੰਧਿਤ ਹੈ ਜੀ ਮੁਹੰਮਦ ਆਦਲ ਸ਼ਾਹ ਦੇ ਮਕਬਰੇ ਦੇ ਨਾਲ। ਓਕੇ, ਗੋਲ ਗੁੰਬਦ ਜਿਹੜਾ ਹੈ ਇਹ ਬੀਜਾਪੁਰ ਦੇ ਵਿੱਚ ਹੈ ਤੇ ਬੀਜਾਪੁਰ ਜਿਹੜਾ ਹੈ ਇਹ ਕਰਨਾਟਕ ਦੇ ਵਿੱਚ ਸਥਿਤ ਹੈਗਾ ਗਾ। ਆਦਲ ਸ਼ਾਹ ਦੇ ਵੰਸ਼ ਦੇ ਬਾਦਸ਼ਾਹ ਮੁਹੰਮਦ ਆਦਲ ਸ਼ਾਹ ਦਾ ਇਹ ਮਕਬਰਾ ਬਣਿਆ ਹੈਗਾ ਗਾ, ਜੋ ਕਿ ਇਸ ਦਾ ਗੁੰਬਦ ਤੁਸੀਂ ਦੇਖ ਸਕਦੇ ਹੋ ਗੋਲ ਦਾ, ਇਸ ਕਾਰਨ ਕਰਕੇ ਇਸ ਨੂੰ ਮਤਲਬ ਗੋਲ ਗੁੰਬਦ ਕਹਿ ਦਿੱਤਾ ਜਾਂਦਾ ਹੈਗਾ ਗਾ। ਜਿਸ ਮਕਬਰੇ ਦਾ ਨਿਰਮਾਣ ਸਾਲ 1626 ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ ਤੇ ਤਕਰੀਬਨ 30 ਸਾਲਾਂ ਬਾਅਦ ਜਿਹੜਾ ਹੈ ਯਾਨੀ ਕਿ 1656 ਦੇ ਵਿੱਚ ਜਾ ਕੇ ਇਸ ਨੂੰ ਕੰਪਲੀਟ ਕਰ ਲਿੱਤਾ ਸੀਗਾ। ਠੀਕ ਹੈ, ਗੋਲ ਗੁੰਬਦ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਗੋਲਾਕਾਰ ਗੁੰਬਦ, ਉਸ ਨੂੰ ਮਤਲਬ ਯਾਦ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਨੈਕਸਟ ਹੈ ਜੀ 149 ਨੰਬਰ, ਤੀਜੇ ਐਂਗਲੋ ਮੈਸੂਰ ਯੁੱਧ ਦੌਰਾਨ ਬੰਗਾਲ ਦਾ ਗਵਰਨਰ ਜਨਰਲ ਕੌਣ ਸੀ? ਜੌਹਨ ਮੈਕਫਰਸਨ, ਆਰਲ ਕਾਰਨਵਾਲਿਸ ਦੂਜਾ, ਜੌਨ ਸ਼ੋਰ ਜਾਂ ਵਾਰਨ ਹੇਸਟਿੰਗਸ। ਜਦੋਂ ਭਾਰਤ ਦੇ ਵਿੱਚ ਤੀਜਾ ਐਂਗਲੋ ਮੈਸੂਰ ਯੁੱਧ ਚੱਲ ਰਿਹਾ ਸੀਗਾ ਤਾਂ ਉਸ ਸਮੇਂ ਬੰਗਾਲ ਦਾ ਜਿਹੜਾ ਗਵਰਨਰ ਸੀਗਾ ਜੀ ਉਹ ਸੀਗਾ ਜੀ ਆਰਲ ਕਾਰਨਵਾਲਿਸ ਦੂਜਾ। ਆਰਲ ਕਾਰਨਵਾਲਿਸ ਦੂਜਾ ਜਿਹੜਾ ਹੈ ਉਸ ਸਮੇਂ ਬੰਗਾਲ ਦਾ ਗਵਰਨਰ ਜਨਰਲ ਸੀ, ਜਿਸ ਸਮੇਂ ਤੀਜਾ ਐਂਗਲੋ ਮੈਸੂਰ ਯੁੱਧ ਚੱਲ ਰਿਹਾ ਸੀ। ਤੀਜਾ ਐਂਗਲੋ ਮੈਸੂਰ ਯੁੱਧ ਜਿਹੜਾ ਸੀਗਾ ਇਹ 1790 ਤੋਂ ਲੈ ਕੇ 18 ਮਾਰਚ 1792 ਤੱਕ ਚੱਲਿਆ ਸੀ, ਜਿਸ ਦੇ ਵਿੱਚ ਬ੍ਰਿਟਿਸ਼ਾਂ ਦੀ ਜਿਹੜੀ ਉਹ ਜਿੱਤ ਰਹੀ ਸੀ ਤੇ ਮੈਸੂਰ ਦਾ ਜਿਹੜਾ ਸ਼ਾਸਕ ਸੀ ਟੀਪੂ ਸੁਲਤਾਨ ਉਹ ਹਾਰ ਗਿਆ ਸੀਗਾ ਇਸ ਦੇ ਵਿੱਚ। ਓਕੇ, ਸ਼੍ਰੀ ਰੰਗਾਪਟਨਮ ਦੀ ਜਿਹੜੀ ਸੰਧੀ ਹੋਈ ਸੀਗੀ 1792 ਦੇ ਵਿੱਚ, ਉਸ ਦੇ ਨਾਲ ਹੀ ਜਿਹੜਾ ਹੈ ਇਹ ਤੀਜਾ ਐਂਗਲੋ ਮੈਸੂਰ ਯੁੱਧ ਸਮਾਪਤ ਹੋ ਗਿਆ ਸੀਗਾ। ਇਸ ਲੜਾਈ ਦੇ ਵਿੱਚ ਕਮਾਂਡਰਾਂ ਦੇ ਵੱਲੋਂ ਸੀਗਾ ਮੈਸੂਰ ਦੇ ਵੱਲੋਂ ਟੀਪੂ ਸੁਲਤਾਨ ਅਤੇ ਗ੍ਰੇਟ ਬ੍ਰਿਟੇਨ ਦੇ ਵੱਲੋਂ ਸੀਗਾ ਜੀ ਵਿਲੀਅਮ ਮੋਡੇਸ ਅਤੇ ਚਾਰਲਸ ਕਾਰਨਵਾਲਿਸ ਇਸ ਦੇ ਵਿੱਚ ਸ਼ਾਮਲ ਸੀਗਾ। ਨੈਕਸਟ ਹੈ 103 ਨੰਬਰ, ਸ਼ਿਵਾਜੀ ਮਹਾਰਾਜ ਦੇ ਸਮੇਂ ਦੇ ਵਿੱਚ ਮੰਤਰੀ ਮੰਡਲ ਨੂੰ ਕੀ ਕਿਹਾ ਜਾਂਦਾ ਸੀ ਜਾਂ ਕਿਸ ਨਾਮ ਨਾਲ ਜਾਣਿਆ ਸੀ? ਅਗਰਹਾਮ, ਅਸ਼ਟਦਿਗਜ, ਅਸ਼ਟ ਪ੍ਰਧਾਨ ਜਾਂ ਨਵਰਤਨਾ। ਜਿਸ ਸਮੇਂ ਸ਼ਿਵਾਜੀ ਮਹਾਰਾਜ ਦਾ ਸ਼ਾਸਨ ਚੱਲ ਰਿਹਾ ਸੀਗਾ ਉਸ ਸਮੇਂ ਜਿਹੜੀ ਕਾਉਂਸਲ ਆਫ ਮਿਨਿਸਟਰ ਸੀ, ਜਿਹੜੀ ਮੰਤਰੀ ਮੰਡਲ ਸੀ, ਉਸ ਨੂੰ ਕਿਹਾ ਜਾਂਦਾ ਸੀ ਅਸ਼ਟ ਪ੍ਰਧਾਨ। ਠੀਕ ਹੈ, ਅਸ਼ਟ ਪ੍ਰਧਾਨ, ਅਸ਼ਟ ਮਤਲਬ 8, ਪ੍ਰਧਾਨ ਮਤਲਬ ਕਿ ਪ੍ਰਮੁੱਖ ਲੀਡਰ। ਸ਼ਿਵਾਜੀ ਦੀ ਤਾਜਪੋਸ਼ੀ ਜਿਹੜੀ ਹੈ ਉਹ ਸਾਲ 1674 ਦੇ ਵਿੱਚ ਕੀਤੀ ਗਈ ਸੀ, ਮਹਾਰਾਸ਼ਟਰ ਦੇ ਰਾਏਗੜ੍ਹ ਦੇ ਕਿਲੇ ਦੇ ਵਿੱਚ ਇਹਨਾਂ ਦੀ ਤਾਜਪੋਸ਼ੀ ਕੀਤੀ ਗਈ ਸੀਗੀ। ਔਰ ਸ਼ਿਵਾਜੀ ਨੇ ਆਪਣੇ ਸ਼ਾਸਨ ਪ੍ਰਬੰਧ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਦੇ ਲਈ, ਆਪਣੇ ਪ੍ਰਸ਼ਾਸਨ ਨੂੰ ਸਹੀ ਤਰੀਕੇ ਦੇ ਨਾਲ ਅਗਵਾਈ ਕਰਨ ਦੇ ਲਈ ਜਿਹੜਾ ਹੈ 8 ਮੰਤਰੀਆਂ ਦੀ ਇੱਕ ਸਭਾ ਬਣਾਈ ਸੀਗੀ, ਜਿਸ ਨੂੰ ਕਿ ਮੰਤਰੀ ਮੰਡਲ ਕਿਹਾ ਜਾਂਦਾ ਸੀਗਾ। ਇਹਨਾਂ 8 ਮੰਤਰੀਆਂ ਦੀ ਇੱਕ ਸਭਾ ਨੂੰ ਜਿਹੜਾ ਨਾਮ ਦਿੱਤਾ ਗਿਆ ਸੀ ਉਹ ਸੀ ਅਸ਼ਟ ਪ੍ਰਧਾਨ, ਯਾਨੀ ਕਿ 8 ਪ੍ਰਧਾਨ, ਜਿਨ੍ਹਾਂ ਦਾ ਮੁੱਖ ਕੰਮ ਸੀਗਾ ਪ੍ਰਸ਼ਾਸਨ ਦੀ ਅਗਵਾਈ ਕਰਨਾ। ਨੈਕਸਟ ਹੈ 151 ਨੰਬਰ, ਪੁਰਤਗਾਲੀਆਂ ਨੇ ਕਿਸ ਸਾਲ ਗੋਆ 'ਤੇ ਕਬਜ਼ਾ ਕੀਤਾ? 1510 ਦੇ ਵਿੱਚ, 1540 ਦੇ ਵਿੱਚ, 1410 ਦੇ ਵਿੱਚ ਜਾਂ 1475 ਦੇ ਵਿੱਚ। ਪੁਰਤਗਾਲੀਆਂ ਨੇ ਗੋਆ ਦੇ ਉੱਪਰ ਕਬਜ਼ਾ ਕੀਤਾ ਸੀਗਾ ਤਕਰੀਬਨ 1510 ਦੇ ਵਿੱਚ ਤੇ 1510 ਤੋਂ ਲੈ ਕੇ ਅੱਗੇ ਸਾਲ 1961 ਤੱਕ ਗੋਆ ਜਿਹੜਾ ਹੈ ਇਹ ਪੁਰਤਗਾਲੀਆਂ ਦੇ ਅੰਡਰ ਹੀ ਰਹਿੰਦਾ ਹੈ। ਓਕੇ, ਗੋਆ ਦੇ ਉੱਪਰ ਪੁਰਤਗਾਲੀਆਂ ਦੀ ਜਿੱਤ ਜਿਹੜੀ ਹੈ ਉਹ 25 ਨਵੰਬਰ 1510 ਦੀ ਗੱਲ ਹੈਗੀ। ਗਵਰਨਰ ਅਫੋਸੋ ਡੀ ਅਲਬੁਰਕ ਸੀਗਾ ਜਿਹੜਾ ਉਸਨੇ 1510 ਦੇ ਵਿੱਚ ਆਦਲ ਸ਼ਾਹੀਆ ਤੋਂ ਜਿਹੜਾ ਹੈ ਇਸ ਸ਼ਹਿਰ ਨੂੰ ਆਪਣੇ ਅੰਡਰ ਕਰ ਲਿੱਤਾ ਸੀਗਾ ਅਤੇ ਉਸ ਸਮੇਂ ਤੋਂ ਹੀ ਜਿਹੜਾ ਹੈ ਪੁਰਤਗਾਲ ਦੀ ਰਾਜਧਾਨੀ ਜਿਹੜਾ ਹੈ ਉਹ ਗੋਆ ਜਿਹੜਾ ਬਣਾਇਆ ਹੋਇਆ ਸੀਗਾ, ਯਾਨੀ ਕਿ ਪੁਰਤਗਾਲੀਆਂ ਦੀ ਰਾਜਧਾਨੀ ਗੋਆ ਰਿਹਾ ਸੀਗਾ ਤੇ ਆਖਿਰਕਾਰ ਆ ਕੇ 1961 ਦੇ ਵਿੱਚ ਗੋਆ ਨੂੰ ਜਿਹੜਾ ਹੈ ਪੁਰਤਗਾਲੀਆਂ ਤੋਂ ਆਜ਼ਾਦ ਕਰਾ ਕੇ ਭਾਰਤ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀਗਾ। ਓਕੇ, ਨੈਕਸਟ 152 ਨੰਬਰ, ਮੁਗਲ ਦਰਬਾਰ ਦੇ ਇਤਿਹਾਸ ਦੇ ਵਿੱਚ ਕਿਸ ਭਾਸ਼ਾ ਦੇ ਵਿੱਚ ਰਿਕਾਰਡ ਜਿਹੜੇ ਉਹ ਲਿਖੇ ਜਾਂਦੇ ਸੀਗੇ? ਸੰਸਕ੍ਰਿਤ ਦੇ ਵਿੱਚ,
हिंदी दे विच, फारसी दे विच जां उर्दू दे विच। मुगल दरबार के इतिहास दे विच जिहड़ी भाषा वरती जाती सी वो ज़्यादातर फारसी भाषा सी। हर एक रिकॉर्ड जिहड़ा है इन्हां दा लगभग वो फारसी भाषा दे विच ही रहा सीगा। ओके, नैक्सट 153 नंबर, टीपू सुल्तान के शासन दौरान मैसूर के राज की राजधानी किहड़ी सी? बिदर सी, श्रीरंगापट्टनम सी, मुदराई सी जां बंगलौर सी? जिस समय टीपू सुल्तान मैसूर के उपर शासन कर रहा सीगा उस समय के उपर इहदी जिहड़ी राजधानी सी वो श्रीरंगापट्टनम सी। ठीक है, इहदी संधि भी हुई है तो यह राजधानी भी रही है मैसूर की जिस समय टीपू सुल्तान हुंदा सी। ये श्रीरंगापट्टनम जिहड़ी है वर्तमान समय करनाटक राज दे विच स्थित है तो टीपू सुल्तान के समय दे विच मैसूर की राजधानी के रूप दे विच रही है। नैक्सट है जी, मध्ययुगी यात्री मार्को पोलो डैश तो आया सीगा? वेनिस तो आया सीगा, यूरिक तो आया सीगा, इस्तानबुल तो आया सी जां पेरिस तो आया सी? मध्ययुगी यात्री जिहदा नाम है जी मार्को पोलो, ये वेनिस तो आया सीगा जी। सो कंट्री का नाम है उस खेतर तो आया सीगा, आपां पहलां भी इस बारे डिस्कस किया है। सो वेनिस देश तो आया सीगा ਅਤੇ ਮਾਰਕੋ ਪੋਲੋ ने एशिया का दौरा 1271 तो लेके 1295 तक किया सी। 1271 तो लेके 1295 तक जिहड़ा है इसने मतलब कि भारत दे विच यात्रा जां एशिया के पूरे खेतर दे विच यात्रा की सी। ਅਤੇ ਇਹਦੀ बुक रही है जी द ट्रैवल ऑफ मार्को पोलो, बहुत ज़्यादा इंपॉर्टेंट है। सो इस दे विच इहने अपनी यात्रा का वर्णन किया है ਅਤੇ अपनी यात्रा के दौरान जो कुछ वापरिया है सो उसनूं भी एक्सप्लेन किया है। ठीक है, नैक्सट है जी अगे 155 नंबर, हेठ दित्तिਆਂ ਦੇ ਵਿੱਚੋਂ ਭਾਰਤ ਦਾ ਪਹਿਲਾ ਪੁਰਤਗਾਲੀ ਵਾਇਸਰਾय कौन सी? अल्फासो डी अल्बुर्क, दुआरते डी मनेजिस, फ्रांसिस डी अल्मेडा ਜਾਂ लिपोस रेस डी अल्बेरिया? ਭਾਰਤ ਦੇ ਵਿੱਚ ਪੁਰਤਗਾਲੀਆਂ ਦਾ ਪਹਿਲਾ ਵਾਇਸਰਾय ਕਿਹੜਾ ਰਿਹਾ ਹੈ? ਪੁਰਤਗਾਲੀਆਂ ਦੇ ਵੱਲੋਂ ਵੀ ਭਾਰਤ ਦੇ ਵਿੱਚ ਬਹੁਤ ਸਾਰੇ ਵਾਇਸਰਾय ਗਵਰਨਰ ਜਨਰਲ ਰਹੇ ਹੈਗੇ ਨੇ। ਉਹਨਾਂ ਦੇ ਵਿੱਚੋਂ ਪਹਿਲਾ ਜਿਹੜਾ ਵਾਇਸਰਾय ਰਿਹਾ ਸੀਗਾ ਜੀ ਉਸ ਦਾ ਨਾਮ ਸੀਗਾ ਜੀ ਫ੍ਰਾਂਸਿਸਕੋ ਡੀ ਅਲਮੇਡਾ। ਫ੍ਰਾਂਸਿਸਕੋ ਡੀ ਅਲਮੇਡਾ ਜਿਹੜਾ ਹੈ ਇਹ ਭਾਰਤ ਦਾ ਪਹਿਲਾ ਪੁਰਤਗਾਲੀ ਵਾਇਸਰਾय ਸੀਗਾ, ਯਾਦ ਰੱਖਣਾ। ਓਕੇ, ਭਾਰਤ ਦਾ ਪਹਿਲਾ ਪੁਰਤਗਾਲੀ ਵਾਇਸਰਾय ਸੀਗਾ ਜੀ ਫ੍ਰਾਂਸਿਸਕੋ ਡੀ ਅਲਮੇਡਾ, ਜੋ ਕਿ 1505 ਦੇ ਵਿੱਚ ਜਿਹੜਾ ਵਾਇਸਰਾय ਬਣ ਗਿਆ ਸੀਗਾ। ਅਤੇ ਪੁਰਤਗਾਲੀਆਂ ਦਾ ਜੇਕਰ ਕਬਜ਼ਾ ਹੁੰਦਾ ਹੈ ਭਾਰਤ ਦੇ ਉੱਪਰ ਤਾਂ ਉਹ ਇਸ ਦੀ ਸਹਾਇਤਾ ਦੇ ਨਾਲ ਹੀ ਹੁੰਦਾ, ਕਿਉਂਕਿ ਇਸ ਨੇ ਹੀ ਇਸ ਖੇਤਰ ਨੂੰ ਆਪਣੇ ਅਧੀਨ ਕਰਨ ਦੀ ਸਭ ਤੋਂ ਪਹਿਲੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਤਹਿਤ ਇਹ ਸਾਡੇ ਭਾਰਤ ਦੇ ਵਿੱਚ ਆਪਣਾ ਸ਼ਾਸਨ ਇਸਟੈਬਲਿਸ਼ ਕਰਨ ਦੇ ਲਈ ਯੋਗ ਹੋ ਜਾਂਦਾ ਹੈ। ਦੂਸਰਾ ਵਾਇਸਰਾय ਰਿਹਾ ਸੀਗਾ ਜੀ ਭਾਰਤ ਦਾ ਵਾਸਕੋ ਡੀ ਗਾਮਾ, ਜਿਸ ਨੇ ਭਾਰਤ ਦੀ ਖੋਜ ਕੀਤੀ ਸੀ, ਇਹ ਵੀ ਯਾਦ ਰੱਖਣਾ ਹੈ। ਠੀਕ ਹੈ, ਸੋ ਇਹ ਵਾਸਕੋ ਡੀ ਗਾਮਾ ਸੀ ਦੂਜਾ ਵਾਇਸਰਾय, ਜਿਸ ਦੀ इस वंश की यानी कि इस खेत्र की जी स्थापना है भारत के पुर्तगालियां की वो 12 सितंबर 1505 नूं कर दी गई सी। पहला धारक जिहड़ा इस दे विच त्रिस्टा डी चुनेहा सीगा, त्रिस्टा डी चुनेहा। धारक का मतलब है कि एज ए गवर्नर के रूप के पहला व्यक्ति जिहड़ा आउंदा हैगा, ठीक है, उसकी गल कर रहे हैं। त्रिस्टा डी चुनेहा सीगा। आखिरी सीगा जी मैनुअल एंटोयो वासालो ई स्लेवा। वैसे काफ़ी इंपॉर्टेंट तो नहीं है पर मैं एज ऐड कर देते क्योंकि फ्रांसिस्को डी जिहड़ा है जां वास्को डी गामा ही ज़्यादा पुछ लैंदे ने, बट फिर भी तुसीं इन्हां दे उपर अपना ध्यान जिहड़ा जरूर रखियो। ठीक है, इस राजवंश की समाप्ति 19 दिसंबर 1961 नूं हो जाती है, जिस तो बाद गोवा के उपर जिहड़ा है पुर्तगालियां दा भारतीयां दा जिहड़ा अधिकार हो जाता है। नैक्सट है जी 156, हेठां दित्तिਆਂ ਦੇ ਵਿੱਚੋਂ कौन मारवाड़ के राजपूत राज के नाल संबंधित नहीं है? राओ जोधा, राओ चंदा, राणा कुंभा ਜਾਂ मालदेवा? अच्छा, इन्हां दे विचों ਤਿੰਨ ਜਿਹੜੇ ਹੈਗੇ ਨੇ ਉਹ ਮਾਰਵਾੜ ਦੇ ਰਾਜਪੂਤ ਰਾਜ ਦੇ ਨਾਲ ਸੰਬੰਧਿਤ ਨੇ, ਪਰ ਇੱਕ ਇਹਨਾਂ ਦੇ ਵਿੱਚ ਉਸ ਦੇ ਨਾਲ ਸੰਬੰਧਿਤ ਨਹੀਂ ਆ, ਉਹ ਹੈ ਜੀ ਰਾਣਾ ਕੁੰਭਾ। ਰਾਣਾ ਕੁੰਭਾ ਜਿਹੜੇ ਹੈ ਉਹ ਮਾਰਵਾੜ ਦੇ ਰਾਜਪੂਤ ਦੇ ਨਾਲ ਸੰਬੰਧ ਨਹੀਂ ਹੈ, ਪਰ ਰਾਓ ਯੋਧਾ, ਰਾਓ ਚੰਦਾ ਤੇ ਮਾਲਦੇਵਾ ਇਹ ਤਿੰਨੋਂ ਵਿਅਕਤੀ ਜਿਹੜੇ ਆ ਮਾਰਵਾੜ ਦੇ ਰਾਜਪੂਤ ਵੰਸ਼ ਦੇ ਨਾਲ ਸੰਬੰਧ ਰੱਖਦੇ ਹੈਗੇ ਨੇਗੇ। ਉੱਥੇ ਹੀ ਜਿਹੜਾ ਰਾਣਾ ਕੁੰਭਾ ਸੀਗਾ ਜੀ ਇਹ ਮੇਵਾੜ ਦੀ ਸਲਤਨਤ ਦੇ ਨਾਲ ਸੰਬੰਧਿਤ ਸੀਗਾ, ਜਦੋਂ ਕਿ ਬਾਕੀ ਦੇ ਤਿੰਨ ਜਿਹੜੇ ਸੀਗੇ ਉਹ ਮਾਰਵਾੜ ਦੇ ਰਾਜ ਦੇ ਨਾਲ ਸੰਬੰਧ ਸੀਗੇ। ਠੀਕ ਹੈ, ਰਾਣਾ ਕੁੰਭਾ ਮੇਵਾੜ ਦੇ ਨਾਲ ਅਤੇ ਬਾਕੀ ਦੇ ਤਿੰਨ ਜਿਹੜੇ ਆ ਉਹ ਮਾਰਵਾੜ ਦੇ ਖੇਤਰ ਦੇ ਨਾਲ ਸੰਬੰਧ ਸੀਗੇ। ਰਾਣਾ ਕੁੰਭੇ ਦੀ ਜਿਹੜੀ ਰਾਜਧਾਨੀ ਰਹੀ ਸੀ ਜੀ ਉਹ ਪਾਲੀ, ਮੰਡੋਰ ਅਤੇ ਜੋਧਪੁਰ ਇਹਨਾਂ ਦੇ ਨਾਲ ਸੰਬੰਧ ਸੀਗਾ। ਸ਼ਾਸਨ ਕਾਲ ਇਹਨਾਂ ਦਾ ਰਿਹਾ ਸੀਗਾ ਜੀ 1226 ਤੋਂ ਲੈ ਕੇ ਜਿਹੜਾ ਹੈ 1949 ਤੱਕ ਭਾਰਤ ਦੇ ਵਿੱਚ ਇਹਨਾਂ ਦਾ ਜਿਹੜਾ ਵੰਸ਼ ਉਹ ਚੱਲਦਾ ਰਿਹਾ ਸੀਗਾ, ਜਿਸ ਦੇ ਵਿੱਚੋਂ ਪਹਿਲਾ ਸ਼ਾਸਕ ਸੀਗਾ ਜੀ ਰਾਓ ਸੀਹਾ, ਜੋ ਕਿ 1226 ਤੋਂ ਲੈ ਕੇ 1273 ਤੱਕ, ਅਤੇ ਆਖਰੀ ਸ਼ਾਸਕ ਸੀਗਾ ਜੀ ਹਨਵੰਤ ਸਿੰਘ, ਜੋ ਕਿ 1947 ਤੋਂ ਲੈ ਕੇ 1949 ਤੱਕ ਰਿਹਾ ਸੀ। ਇਹ ਇਸੇ ਵੰਸ਼ ਦੇ ਵਿੱਚੋਂ ਚੱਲੇ ਆਉਂਦੇ ਸੀਗੇ। ਨੈਕਸਟ ਹੈ ਜੀ 157 ਨੰਬਰ, ਕਲਿੰਜਰ ਕਿਲਾ ਜੋ ਕਿ ਮੱਧਕਾਲੀਨ ਸਮੇਂ ਦੌਰਾਨ ਰਣਨੀਤਿਕ ਤੌਰ ਤੇ ਮਹੱਤਵਪੂਰਨ ਸੀ ਡੈਸ਼ ਰਾਜ ਦੇ ਵਿੱਚ ਸਥਿਤ ਹੈ? उत्तर प्रदेश के विच, राजस्थान के विच, पंजाब के विच जां सिंध के विच?
ਕਲਿੰਜਰ ਦਾ ਜਿਹੜਾ ਕਿਲਾ ਹੈ ਇਹ ਉੱਤਰ ਪ੍ਰਦੇਸ਼ ਦੇ ਵਿੱਚ ਸਥਿਤ ਹੈ। ਇਹਦਾ ਮੱਧਕਾਲੀਨ ਯਾਨੀ ਕਿ ਮਿਡੀਵਲ ਹਿਸਟਰੀ ਦੇ ਵਿੱਚ ਕਾਫੀ ਯੋਗਦਾਨ ਰਹਿੰਦਾ ਹੈ। ਕਾਫੀ ਮਤਲਬ ਇਸ ਦੀਆਂ ਜਿਹੜੀਆਂ ਨੀਤੀਆਂ ਸੀ ਜਿਸ ਦੇ ਤਹਿਤ ਬਹੁਤ ਸਾਰੇ ਖੇਤਰਾਂ ਨੂੰ ਜਿੱਤਣ ਦੇ ਲਈ ਇਸ ਦੀ ਜਿਹੜੀ ਮਦਦ ਉਹ ਲਈ ਜਾਂਦੀ ਸੀਗੀ। ਕਲਿੰਜਰ ਦਾ ਕਿਲਾ ਜਿਹੜਾ ਹੈ ਇਹ ਉੱਤਰ ਪ੍ਰਦੇਸ਼ ਦੇ ਵਾਦਾ ਜ਼ਿਲ੍ਹੇ ਦੇ ਵਿੱਚ ਸਥਿਤ ਹੈਗਾ, ਜਿਸ ਨੂੰ ਕਿ 5ਵੀਂ ਸਦੀ ਦੇ ਵਿੱਚ ਬਣਾਇਆ ਗਿਆ ਸੀ। 5ਵੀਂ ਸਦੀ ਦੇ ਵਿੱਚ ਬਣਾਇਆ ਗਿਆ ਸੀ। ਇਸ ਕਿਲੇ ਦੇ ਉੱਪਰ ਜਿਹੜੇ ਰਾਜਵੰਸ਼ਾਂ ਨੇ ਰਾਜ ਕੀਤਾ ਸੀ ਉਹ ਗੁਪਤ ਸੀਗੇ। ਵਰਧਨ ਰਾਜਵੰਸ਼, ਰੀਵਾ ਦੇ ਚੰਦੇਲਾ, ਮੁਗਲ ਤੇ ਮਰਾਠਿਆਂ, ਇਹਨਾਂ ਸਾਰੇ ਰਾਜਵੰਸ਼ਾਂ ਨੇ ਜਿਹੜਾ ਹੈ ਕਲਿੰਜਰ ਦੇ ਕਿਲੇ ਦੇ ਉੱਪਰ ਵੱਖਰੇ ਵੱਖਰੇ ਸਮੇਂ ਦੇ ਵਿੱਚ ਸ਼ਾਸਨ ਕੀਤਾ ਹੈ ਤੇ ਇੱਥੇ ਆਪਣਾ ਜਿਹੜਾ ਯੋਗਦਾਨ ਉਹਨਾਂ ਨੇ ਪਾਇਆ ਹੈ। ਠੀਕ ਹੈ, ਨੈਕਸਟ ਹੈ ਜੀ 158 ਨੰਬਰ। ਲਾਰਡ ਹੇਸਟਿੰਗ ਨੇ ਡੈਸ਼ ਦੀ ਸ਼ੁਰੂਆਤ ਕੀਤੀ ਜਿੱਥੇ ਈਸਟ ਇੰਡੀਆ ਕੰਪਨੀ ਦਾ ਦਾਅਵਾ ਕੀਤਾ ਕਿ ਉਸ ਦਾ ਅਧਿਕਾਰ ਸਰਵਉੱਚ ਹੈ ਤੇ ਇਸ ਦੇ ਲਈ ਇਸ ਦੀ ਸ਼ਕਤੀ ਭਾਰਤੀ ਰਾਜਾਂ ਦੇ ਨਾਲੋਂ ਵੱਧ ਸੀ। ਇਹ ਕਿਹੜਾ ਐਕਟ ਸੀਗਾ ਜਾਂ ਕਿਹੜੀ ਨੀਤੀ ਸੀਗੀ? ਸਰਬੋਤਮਾਂ ਦੀ ਨੀਤੀ, ਲੈਪਸ ਦਾ ਸਿਧਾਂਤ, ਸਮਰਾਜਵਾਦੀ ਨੀਤੀ ਜਾਂ ਸਰਕਾਰ ਦੀ ਸਟੋਰ ਨੀਤੀ? ਸੋ ਸਹੀ ਆਨਸਰ ਰਹੂਗਾ ਇਸ ਦਾ ਇਹ ਆਨਸਰ। ਸਰਬੋਤਮਤਾ ਦੀ ਜਿਹੜੀ ਨੀਤੀ ਸੀਗੀ ਇਹ ਲਾਰਡ ਹੇਸਟਿੰਗ ਨੇ ਜਿਹੜਾ ਸ਼ੁਰੂ ਕੀਤੀ ਸੀ। ਇਸ ਦੀ ਸ਼ੁਰੂਆਤ ਲਾਰਡ ਹੇਸਟਿੰਗ ਨੇ ਸ਼ੁਰੂਆਤ ਕੀਤੀ ਸੀ ਸਰਬੋਤਮਾ ਦੀ ਨੀਤੀ, ਔਰ ਜਿੱਥੇ ਈਸਟ ਇੰਡੀਆ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਅਧਿਕਾਰ ਸਰਵਉੱਚ ਹੈ, ਉਸ ਲਈ ਇਸ ਦੀ ਸ਼ਕਤੀ ਜਿਹੜੀ ਆ ਉਹ ਭਾਰਤੀ ਰਾਜਾਂ ਦੇ ਨਾਲੋਂ ਵੱਧ ਸੀਗੀ। ਸੋ ਇਸ ਨੀਤੀ ਦੀ ਬਦੌਲਤ ਹੀ ਸੀਗਾ ਕਿ ਜਿਹੜੀ ਈਸਟ ਇੰਡੀਆ ਕੰਪਨੀ ਹੈ ਉਹ ਉੱਚੀ ਹੋ ਚੁੱਕੀ ਸੀਗੀ ਭਾਰਤ ਦੇ ਨਾਲੋਂ। ਓਕੇ, ਗਵਰਨਰ ਜਨਰਲ ਲਾਰਡ ਹੇਸਟਿੰਗ ਜਿਹੜਾ ਹੈ ਸਾਲ 1813 ਤੋਂ ਲੈ ਕੇ 1823 ਤੱਕ ਰਹਿੰਦਾ ਹੈ। ਇਸ ਦੇ ਦੁਆਰਾ ਪਾਲਿਸੀ ਆਫ ਪਾਰਾਮਾਉਂਟੈਂਸੀ ਜਿਹੜਾ ਹੈ ਯਾਨੀ ਕਿ ਸਰਬਉਤਮਾ ਦਾ ਜਿਹੜਾ ਆਪਾਂ ਲਾਸਟ ਆਪਸ਼ਨ ਦੇ ਵਿੱਚ ਪੜ੍ਹਿਆ ਉਹਦੀ ਇੰਗਲਿਸ਼ ਫਾਰਮ ਇਹ ਹੈ। ਸੋ ਇਸ ਦੇ ਅਧੀਨ ਕਿਹਾ ਗਿਆ ਸੀਗਾ ਕਿ ਹਮਲਾਵਰ ਖੇਤਰੀ ਵਿਆਖਿਆ ਦੀ ਨੀਤੀ ਸ਼ੁਰੂ ਕੀਤੀ ਗਈ ਹੈਗੀ ਕਿ ਜਿਸ ਦੇ ਤਹਿਤ ਮਤਲਬ ਈਸਟ ਇੰਡੀਆ ਕੰਪਨੀ ਹੀ ਜਿਹੜੀ ਆ ਉਹ ਸਰਬ ਉੱਚ ਰਹੇਗੀ ਇਸ ਦੇ ਵਿੱਚ। ਠੀਕ ਹੈ, ਈਸਟ ਇੰਡੀਆ ਕੰਪਨੀ ਦਾ ਕਹਿਣਾ ਸੀਗਾ ਕਿ ਉਸ ਦੀਆਂ ਸ਼ਕਤੀਆਂ ਭਾਰਤੀ ਰਾਜਾਂ ਦੇ ਨਾਲੋਂ ਵਧੇਰੇ ਮਜ਼ਬੂਤ ਨੇਗੀਆਂ ਕਿਉਂਕਿ ਉਹ ਉਸ ਤੋਂ ਉੱਤਮ ਹੈਗਾ। ਓਕੇ, ਇਸ ਨੂੰ ਯਾਦ ਰੱਖਿਓ। ਰੂਸੀ ਹਮਲੇ ਦੇ ਡਰ ਦੇ ਕਾਰਨ ਬ੍ਰਿਟਿਸ਼ਾਂ ਨੇ ਇਹਨਾਂ ਦਹਾਕਿਆਂ ਦੇ ਦੌਰਾਨ ਉੱਤਰ ਪੱਛਮ ਦਾ ਕੰਟਰੋਲ ਜਿਹੜਾ ਹੈ ਉਹਨੂੰ ਤਬਦੀਲ ਕਰ ਦਿੱਤਾ ਸੀ ਤੇ ਉਹਦੀ ਜਗ੍ਹਾ ਤੇ ਬ੍ਰਿਟਿਸ਼ ਈਸਟ ਇੰਡੀਆ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣਾ ਜਾਂ ਘੋਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਜਿਹੜਾ ਹੈ ਰੂਸ ਦੀ ਤਰ੍ਹਾਂ ਭਾਰਤ ਦੇ ਵਿੱਚ ਵੀ ਜਿਹੜਾ ਵਿਰੋਧ ਨਾ ਹੋਵੇ। ਓਕੇ, ਸਾਲ 1838 ਤੋਂ ਲੈ ਕੇ 1842 ਦੇ ਵਿਚਕਾਰ ਬ੍ਰਿਟਿਸ਼ਾਂ ਨੇ ਅਫਗਾਨਿਸਤਾਨ ਨਾਲ ਇੱਕ ਲੰਬੀ ਲੜਾਈ ਲੜੀ ਸੀ ਅਤੇ ਦੇਸ਼ ਦੇ ਵਿੱਚ ਇੱਕ ਸਿੱਧੇ ਕੰਪਨੀ ਪ੍ਰਸ਼ਾਸਨ ਦੀ ਸਥਾਪਨਾ ਕੀਤੀ ਸੀ, ਉਹ ਵੀ ਇਹਨਾਂ ਦੇ ਤਹਿਤ ਹੀ ਸ਼ੁਰੂ ਹੋਈ ਸੀਗੀ। ਓਕੇ, ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਅਧੀਨ ਸਾਲ 1849 ਦੇ ਵਿੱਚ ਦੋ ਲੰਬੀਆਂ ਲੜਾਈਆਂ ਤੋਂ ਬਾਅਦ ਪੰਜਾਬ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ। ਇਹ ਸਾਰੇ ਜਿਹੜੇ ਨਤੀਜੇ ਹੋਏ ਸੀ, ਅਫਗਾਨਿਸਤਾਨ ਦੀ ਲੜਾਈ ਹੋ ਗਈ ਜਾਂ ਰਣਜੀਤ ਸਿੰਘ ਦੇ ਨਾਲ ਲੜਾਈ ਹੋ ਗਈ, ਇਹਨਾਂ ਲੜਾਈਆਂ ਦਾ ਮੁੱਖ ਕਾਰਨ ਇਹ ਸੀਗਾ ਕਿ ਅੰਗਰੇਜ਼ ਆਪਣੇ ਆਪ ਨੂੰ ਸਰਬ ਉੱਚ ਬਣਾਉਣਾ ਚਾਹੁੰਦੇ ਸੀਗੇ ਕਿਉਂਕਿ ਉਹਨਾਂ ਨੇ ਰਸ਼ੀਆ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਹਮਲੇ ਹੋਏ ਸੀ ਉਹਨਾਂ ਦਾ ਉਹ ਬਦਲਾ ਲੈਣ ਦੇ ਲਈ ਇੱਧਰਲੀ ਸਾਈਡ ਦੇ ਵਿੱਚ ਜ਼ਿਆਦਾ ਸਖਤ ਹੋ ਗਏ ਸੀਗੇ। ਨੈਕਸਟ ਹੈ 159 ਨੰਬਰ। ਮਹਾਰਾਣੀ ਵਿਕਟੋਰੀਆ ਦੀ ਘੋਸ਼ਣਾ ਦੁਆਰਾ ਭਾਰਤ ਦਾ ਪ੍ਰਸ਼ਾਸਨ ਕਿਸ ਸਾਲ ਬ੍ਰਿਟਿਸ਼ ਰਾਜ ਦੇ ਹੱਥ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ? ਸਾਲ 1887 ਦੇ ਵਿੱਚ, 1882 ਦੇ ਵਿੱਚ, 1864 ਦੇ ਵਿੱਚ ਜਾਂ 1858 ਦੇ ਵਿੱਚ? ਸੋ ਕਰੈਕਟ ਆਨਸਰ ਦਾ ਹੈ ਜੀ ਡੀ ਆਨਸਰ 1858 ਦੇ ਵਿੱਚ। 1857 ਦੇ ਵਿਦਰੋਹ ਤੋਂ ਬਾਅਦ ਭਾਰਤ ਦੇ ਵਿੱਚ ਮਹਾਰਾਣੀ ਵਿਕਟੋਰੀਆ ਨੇ ਜਿਹੜਾ ਹੈ ਘੋਸ਼ਣਾ ਕਰ ਦਿੱਤੀ ਕਿ ਹੁਣ ਈਸਟ ਇੰਡੀਆ ਕੰਪਨੀ ਦੀ ਜਗ੍ਹਾ ਤੇ ਭਾਰਤ ਦਾ ਸ਼ਾਸਨ ਪ੍ਰਬੰਧ ਜਿਹੜਾ ਹੈ ਉਹ ਬ੍ਰਿਟਿਸ਼ ਰਾਜ ਦੇ ਹੱਥ ਦੇ ਵਿੱਚ ਰਹੇਗਾ। ਜੋ ਵੀ ਉੱਥੋਂ ਦਾ ਰਾਜਾ ਹੋਵੇਗਾ ਉਹ ਸਾਰੇ ਸ਼ਾਸਨ ਪ੍ਰਬੰਧ ਇੱਥੋਂ ਦਾ ਚਲਾਵੇਗਾ। ਓਕੇ, 1858 ਦੇ ਵਿੱਚ ਜੋ ਕਿ 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਹੋਈ ਸੀਗੀ ਉਸ ਤੋਂ ਬਾਅਦ ਜਿਹੜੀ ਇਹ ਘੋਸ਼ਣਾ ਹੋਈ ਸੀਗੀ ਔਰ ਇਸ ਯੁੱਧ ਤੋਂ ਪਹਿਲਾਂ ਨੀਤੀਆਂ ਨੂੰ ਰੱਦ ਕਰ ਦਿੱਤਾ ਸੀਗਾ ਜਿਵੇਂ ਕਿ ਲੈਪਸ ਦਾ ਸਿਧਾਂਤ। ਜਦੋਂ ਇਹ ਯੁੱਧ ਚੱਲ ਰਿਹਾ ਸੀਗਾ 1857 ਦਾ ਉਸੇ ਸਮੇਂ ਮਤਲਬ ਲੈਪਸ ਦੇ ਸਿਧਾਂਤ ਨੂੰ ਵੀ ਸਮਾਪਤ ਕਰ ਦਿੱਤਾ ਗਿਆ ਸੀ ਕਿਉਂਕਿ ਹੁਣ ਜਿਹੜਾ ਹੈ ਸਿੱਧਾ ਰਾਜੇ ਦਾ ਅਧਿਕਾਰ ਇੱਥੇ ਹੋ ਚੁੱਕਿਆ ਸੀਗਾ। 2 ਅਗਸਤ 1858 ਨੂੰ ਲਾਰਡ ਕੈਨਿੰਗ ਦੇ ਵੱਲੋਂ ਬ੍ਰਿਟਿਸ਼ ਹਥਿਆਰਾਂ ਦੀ ਜਿੱਤ ਦਾ ਐਲਾਨ ਕਰ ਦਿੱਤਾ ਸੀਗਾ। ਓਕੇ, ਜਿਸ ਦਾ ਐਲਾਨ ਕਰ ਦਿੱਤਾ ਸੀ ਤੇ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਬਾਅਦ ਜਿਹੜਾ ਹੈ ਸੰਸਦ ਨੇ ਭਾਰਤ ਸਰਕਾਰ ਐਕਟ ਪਾਸ ਕੀਤਾ ਜਿਸ ਦੇ ਨਾਲ ਭਾਰਤ ਦੇ ਉੱਪਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੋਂ ਤਾਜ ਦੇ ਵਿੱਚ ਤਬਦੀਲ ਕਰ ਦਿੱਤਾ, ਯਾਨੀ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਤਾਜ ਖਤਮ ਹੋ ਗਿਆ, ਸ਼ਾਸਨ ਖਤਮ ਹੋ ਗਿਆ ਅਤੇ ਰਾਜੇ ਦਾ ਸ਼ਾਸਨ ਸ਼ੁਰੂ ਹੋ ਜਾਂਦਾ ਹੈ। ਓਕੇ, ਅਤੇ ਭਾਰਤ ਦੇ ਵਿੱਚ ਵਾਇਸਰਾਏ ਦਾ ਜਿਹੜਾ ਆਉਂਦਾ ਹੈ ਉਹ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਜੋ ਪਹਿਲਾਂ ਗਵਰਨਰ ਜਨਰਲ ਚੱਲਿਆ ਆਉਂਦਾ ਸੀਗਾ ਹੁਣ ਉਹ ਭਾਰਤ 'ਤੇ ਵਾਇਸਰਾਏ ਕਹਾਉਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਹਿਤ ਭਾਰਤ ਦਾ ਪਹਿਲਾ ਵਾਇਸਰਾਏ ਲਾਰਡ ਕੈਨਿੰਗ ਬਣਦਾ ਹੈ ਅਤੇ ਭਾਰਤ ਦੇ ਪਹਿਲੇ ਵਿਦੇਸ਼ ਮੰਤਰੀ ਜਿਹੜਾ ਇਸ ਸਮੇਂ ਦੇ ਉੱਪਰ ਲਾਰਡ ਸੈਂਟਨਲੀ ਜਿਹੜੇ ਹੈ ਉਹਨਾਂ ਨੂੰ ਬਣਾਇਆ ਜਾਂਦਾ ਹੈ। ਨੈਕਸਟ ਹੈ ਜੀ ਅੱਜ ਦਾ ਲਾਸਟ ਕੁਐਸਚਨ, ਕਿੰਗ ਜਾਰਜ 5ਵੇਂ ਨੇ ਭਾਰਤ ਦਾ ਤਾਜ ਕਿਸ ਸਾਲ ਵਿੱਚ ਸੰਭਾਲਿਆ ਸੀ?
1917 ਦੇ ਵਿੱਚ, 1906 ਚ, 1923 ਚ ਜਾਂ 1911 ਦੇ ਵਿੱਚ। ਕਿੰਗ ਜਾਰਜ ਪੰਜਵੇਂ ਨੇ ਜਿਹੜਾ ਹੈ ਆਪਣਾ ਆਉਂਦਾ ਜਿਹੜਾ ਹੈ ਜਾਂ ਤਾਜ ਜਿਹੜਾ ਹੈ ਉਹ ਸਾਲ 1911 ਦੇ ਵਿੱਚ ਸੰਭਾਲਿਆ ਸੀਗਾ, ਅਤੇ 1911 ਦੇ ਵਿੱਚ ਜਦੋਂ ਉਹਨਾਂ ਨੇ ਤਾਜ ਸੰਭਾਲਿਆ ਸੀ ਤਾਂ ਉਸ ਤੋਂ ਬਾਅਦ ਉਹ ਭਾਰਤ ਦੇ ਵਿੱਚ ਵੀ ਆਏ ਸੀਗੇ, ਯਾਦ ਰੱਖਿਓ, ਠੀਕ ਹੈ। ਕਿੰਗ ਜਾਰਜ ਪੰਜਵੇਂ ਨੇ ਸਾਲ 1911 ਦੇ ਵਿੱਚ ਭਾਰਤ ਦਾ ਤਾਜ ਸੰਭਾਲ ਲਿੱਤਾ ਸੀ, ਜਾਣੀ ਕਿ ਭਾਰਤ ਇਸ ਦੇ ਅੰਡਰ ਆ ਚੁੱਕਿਆ ਸੀਗਾ, ਅਤੇ ਦਸੰਬਰ 1911 ਦੇ ਵਿੱਚ ਦਿੱਲੀ ਦਰਬਾਰ ਬੁਲਾਇਆ ਸੀਗਾ, ਜਿੱਥੇ ਜਾਰਜ ਪੰਜਵਾਂ ਅਤੇ ਉਹਨਾਂ ਦੀ ਪਤਨੀ ਰਾਣੀ ਮੈਰੀ ਵੀ ਇੱਥੇ ਆਉਂਦੀ ਹੈਗੀ। ਉਸਨੇ ਰਾਜਧਾਨੀ ਨੂੰ ਚੇਂਜ ਕੀਤਾ, ਕਲਕੱਤਾ ਤੋਂ ਬਦਲ ਕੇ ਦਿੱਲੀ ਨੂੰ ਜਿਹੜਾ ਹੈ ਘੋਸ਼ਿਤ ਕਰ ਦਿੱਤਾ ਸੀਗਾ, ਅਤੇ 31 ਦਸੰਬਰ 1926 ਨੂੰ ਅਧਿਕਾਰਤ ਤੌਰ ਦੇ ਉੱਪਰ ਨਵੀਂ ਦਿੱਲੀ ਜਿਹੜੀ ਹੈ ਉਹ ਰਾਜਧਾਨੀ ਦੇ ਰੂਪ ਦੇ ਵਿੱਚ ਜਿਹੜਾ ਹੈ ਘੋਸ਼ਿਤ ਕਰ ਦਿੱਤੀ ਸੀ। ਪਹਿਲਾਂ ਦਿੱਲੀ ਹੈ, ਹੁਣ ਨਵੀਂ ਦਿੱਲੀ ਹੈ, ਯਾਦ ਰੱਖਿਓ, 1926 ਦੇ ਵਿੱਚ, ਠੀਕ ਹੈ। ਅਤੇ ਨਾਲ ਹੀ ਇਸ ਸੈਸ਼ਨ ਦੇ ਵਿੱਚ 1911 ਵਾਲੇ ਦੇ ਵਿੱਚ ਬੰਗਾਲ ਦੀ ਵੰਡ ਜਿਹੜੀ ਆ ਉਹ ਰੱਦ ਕਰ ਦਿੱਤੀ ਸੀ, ਜੋ ਕਿ 1905 ਦੇ ਵਿੱਚ ਹੋਈ ਸੀਗੀ, ਉਸ ਨੂੰ ਇਸਨੇ ਰੱਦ ਕਰ ਦਿੱਤਾ ਸੀਗਾ। ਓਕੇ, ਤੇ ਸੀ ਆਪਣਾ ਇਹਦਾ ਸੈਸ਼ਨ। ਉਮੀਦ ਕਰਦਾ ਤੁਹਾਡੇ ਸਾਰਿਆਂ ਲਈ ਹੈਲਪ ਹੋ ਰਿਹਾ ਹੋਊਗਾ, ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊਗਾ। ਸੋ ਅੱਜ ਲਾਈਵ ਆਪਾਂ ਕਲਾਸ ਨਹੀਂ ਲਾ ਪਏ ਸੀ, ਇਸ ਕਰਕੇ ਤੁਹਾਨੂੰ ਆਫਲਾਈਨ ਹੀ ਪ੍ਰੋਵਾਈਡ ਕਰ ਦਿੱਤੀ ਸੀ ਤਾਂ ਕਿ ਤੁਹਾਡੀ ਕਲਾਸ ਜਿਹੜੀ ਉਹ ਮਿਸ ਨਾ ਹੋਵੇ। ਓਕੇ, ਔਰ ਸਾਰੇ ਕੋਰਸਿਸ ਜਿਹੜੇ ਆ ਮੈਂ ਐਪ ਦੇ ਉੱਪਰ ਬਣਾਏ ਹੋਏ ਆ, ਤੁਸੀਂ ਉੱਥੋਂ ਜਾ ਕੇ ਉਹਨਾਂ ਨੂੰ ਪਰਚੇਜ ਕਰ ਸਕਦੇ ਹੋ ਅਤੇ ਕੂਪਨ ਯੂਜ਼ ਕਰ ਸਕਦੇ ਹੋ। 700 ਰੁਪਏ ਆਫ ਚੱਲ ਰਿਹਾ ਹੈ ਅਕਤੂਬਰ ਮਹੀਨੇ ਦੇ ਵਿੱਚ, ਤਾਂ ਇਸ ਦੇ ਤਹਿਤ ਤੁਸੀਂ ਆਪਣੀ ਫੀਸ ਦੇ ਵਿੱਚ ਜਿਹੜਾ ਡਿਸਕਾਊਂਟ ਪਾ ਸਕਦੇ ਹੈ, ਕਿਉਂਕਿ ਹਰ ਇੱਕ ਕੋਰਸ ਦੀ ਜਿਹੜੀ ਵੈਲਿਡਿਟੀ ਆ ਉਹ 1 ਸਾਲ ਦੇ ਲਈ ਹੈ, ਜਦੋਂ ਵੀ ਤੁਸੀਂ ਇਸ ਨੂੰ ਪਰਚੇਜ ਕਰ ਲੈਂਦੇ ਹੋ। ਕਿਉਂਕਿ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਰਮਨ ਇੰਸਟੀਚਿਊਟ ਦੀ ਜੋ ਐਪ ਹੈ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ, ਉੱਥੇ ਤੁਹਾਨੂੰ ਕਾਫੀ ਸਾਰਾ ਮੈਟਰ ਜਿਹੜਾ ਉਹ PDF ਅਤੇ ਥਿਊਰੀ ਕਲਾਸਿਸ ਜਿਹੜੀਆਂ ਮੈਂ ਪ੍ਰੋਵਾਈਡ ਕੀਤੀਆਂ। ਥੈਂਕ ਯੂ ਸੋ ਮਚ ਜੀ। ਸੋ ਨੈਕਸਟ ਮਿਲਦੇ ਹਾਂ ਕੱਲ੍ਹ ਦੁਬਾਰਾ ਲਾਈਵ ਕਲਾਸ ਦੇ ਵਿੱਚ। ਸ਼ੁਕਰੀਆ ਜੀ।